ये इतिहास आपां नहीं लिखिया। ये थोड़ा डायलॉग फिल्म च जिवें तुसीं मेरे तो बुलाउणे भी भाई ये इतिहास आपां नहीं लिखिया, ये इतिहास तो उन्हें लिखिया जिद्दे अकाल तख्त साहब ते तिरंगा ला गए सी ना, वो भाजी भी मोड़नी सी ना फिर किते गया। सो ये इतिहास उन्हें लिखिया, साडे पल्ले की है, अपने पल्ले तो कुछ भी नहीं है, अज भी कुछ नहीं है, उदों भी कुछ नहीं सी, अभी तो भज भज नाल रलदे हैं, पर उन्हें लिखना सी, कुछ करना सी। ਆਪਾਂ ਔਖਲੀਆਂ ਚ ਸਿਰ ਤੇ ਹੀ ਬੈਠੇ ਆ, ਇੰਨੀਆਂ ਕਿ ਤਕਲੀਫਾਂ ਤਾਂ ਝੱਲਣੀਆਂ ਹੀ ਪੈਣਗੀਆਂ। ਤੇ ਰਹੀ ਗੱਲ ਸਵਾਰਥਾਂ ਦੀ, ਇਹ ਲੜਾਈ ਆ, ਯੁੱਧ ਆ। ਇਹ युद्ध ਜਾਂ ਤਾਂ ਲੜੀਦਾ ਤੇ ਜਾਂ ਨਹੀਂ ਲੜੀਦਾ। ਮੈਦਾਨ 'ਚ ਖੜੇ ਹੋ ਕੇ ਯੁੱਧ ਤੋਂ ਬਚਣ ਦੇ ਬਹਾਨੇ ਨਹੀਂ ਬਣਾਈਦੇ। ਹੁਣ ਤੱਕ ਮੈਂ ਇਹੀ ਸਮਝ ਰਿਹਾ ਸੀ ਕਿ ਲੜਾਈ ਆਪਾਂ ਸਾਰੇ ਮਿਲ ਕੇ ਲੜ ਰਹੇ ਹਾਂ, ਹਰ ਉਸ ਸ਼ਖਸ ਦੇ ਖਿਲਾਫ, ਹਰ ਉਸ ਬੁਰੀ ਨੀਤ ਦੇ ਖਿਲਾਫ ਜਿਹਨੇ ਪੰਜਾਬ ਦੀ ਮਿੱਟੀ ਨੂੰ ਮੈਲਾ ਕੀਤਾ, ਮਾਵਾਂ ਤੋਂ ਪੁੱਤ ਖੋਹੇ ਨੇ ਤੇ ਜਵਾਨੀ ਨੂੰ ਖੋਖਲਾ ਕੀਤਾ। मेरा भरा यार तू भाई, मेरा भरा, मैं पिछे नहीं हटूंगा, मैं आपका सिर दे दूंगा। सिस्टम नूं चुनौती आ, सही चुनौती आ, बल परमात्मा ने बख्शना, वाहिगुरू ने बख्शना, निभाउण दा। आ जाओ, मेरी बेनती है। सत श्री अकाल दोस्तों, तुसीं देख रहे हो लिमिटेड ज्ञान। दीप सिद्धू बेशक इस समय सरीरक तौर पर साडे विचकार नहीं ने, पर उन्हां दी सोच, उन्हां दे जज्बे की गल हमेशा ही हुंदी रहेगी। तो दोस्तों अज तुहाडे लई दीप सिद्धू की मौत तो पहलां दी आखिरी एक 16.5 मिनट की वीडियो लैके आए हाँ, जो कि किते ना किते तुहानूं जज्बाती भावुक भी कर देवेगी। जिवें कि सारे दोस्त जाणदे ही ने, दीप सिद्धू जो कि सरदार सिमरनजीत सिंह मान के हक दे विच चोण प्रचार दे विच डटे हुए सन, अते जिस दिन वह घटना हुंदी है उस दिन भी वह दिल्ली तो पंजाब इसे कारज दे लई आउण वाले सन। ते दोस्तों दस दईए कि दीप सिद्धू की मौत तो पहलां दी यह वीडियो जिस दे विच उन्हां ने सरदार सिमरन सिंह मान के हक दे विच चोण प्रचार किया, की गल्लां बातां कीतियां, आओ तुसीं आप ही देखो इस वीडियो दे विच। की तुहानूं लगदा है दीप सिद्धू की ਉਹ सोच, ਉਹਨਾਂ ਦੀ बुलंद आवाज़ ਅਤੇ ਉਹਨਾਂ ਦਾ ਪੰਜਾਬ ਪ੍ਰਤੀ ਪਿਆਰ ਨੌਜਵਾਨ ਅੱਗੇ ਲੈ ਕੇ ਜਾਣਗੇ? ਕਮੈਂਟ ਕਰਕੇ ਜ਼ਰੂਰ ਦੱਸਣਾ, ਤੇ ਨਾਲ ਹੀ ਨਵੇਂ ਦੋਸਤ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਹਰ ਇੱਕ ਤਾਜ਼ਾ ਖਬਰ ਤੁਹਾਡੇ ਤੱਕ ਪਹੁੰਚਦੀ ਰਹੇ ਸਭ ਤੋਂ ਪਹਿਲਾਂ। ਸਤਿ ਸ਼੍ਰੀ ਅਕਾਲ। ਜਿਸ ਧਰਤੀ ਤੇ ਖੜੇ ਆ, ਜਿਸ ਸਰਜ਼ਮੀਨ ਤੇ ਖੜੇ ਆ, ਉਥੋਂ ਇੱਕ ਅਜੀਬ ਜਿਹੜੀ ਪ੍ਰੇਰਨਾ ਮਿਲਦੀ ਆ, ਇਹਦੇ 'ਚ ਇੱਕ ਵਾਈਬ੍ਰੇਸ਼ਨ ਆ, ਉਹ ਆਪਦੇ ਆਪ ਹੀ ਮਹਿਸੂਸ ਹੁੰਦੀ ਹੈ ਗੱਲ। ਸੋ ਗੁਰੂ ਸਾਹਿਬ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ, ਆਗਾਜ਼ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਧਰਤੀ ਨੇ ਪ੍ਰੇਰਨਾ ਦਿੱਤੀ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਖਾਲਸਾ ਰਾਜ ਦੀ ਸਥਾਪਨਾ ਕੀਤੀ। ਆਗਾਜ਼ ਵੀ ਇੱਥੋਂ ਹੀ ਹੋਇਆ। ਸਾਡੀ ਪਾਤਸ਼ਾਹੀ ਦਾਵਾ ਇੱਥੋਂ ਰੱਖਿਆ ਗਿਆ, ਇੱਥੋਂ ਉਸ ਪਾਤਸ਼ਾਹੀ ਦਾਵੇ ਨੇ ਇੱਕ ਜਿਹੜੀ ਉਹਦੀ ਨੀਂਹ ਜਾਂ ਫਾਊਂਡੇਸ਼ਨ ਇੱਥੋਂ ਬਣੀ। ਉਦੋਂ ਬਾਅਦ 18ਵੀਂ ਸਦੀ 'ਚ ਬਾਬਾ ਬੰਦਾ ਸਿੰਘ ਬਹਾਦਰ ਦੀ ਰਿਆਸਤ ਤੋਂ ਬਾਅਦ 18ਵੀਂ ਸਦੀ 'ਚ ਜਾਂਦੇ ਹਾਂ ਆਪਾਂ, ਜਦੋਂ ਫਿਰ ਅਸੀਂ ਸੰਘਰਸ਼ ਕਰ ਰਹੇ ਸੀ, ਪਛਾਣ ਦਾ, ਹੋਂਦ ਦਾ ਸਿਰਾਂ ਦੇ ਮੁੱਲ ਪਈ ਜਾਂਦੇ ਸੀ, ਨੇਜਿਆਂ ਤੇ ਟੰਗੇ ਗਏ ਸਿਰ, ਮੀਰ ਮੰਨੂ ਤੋਂ ਲੈ ਕੇ ਮੱਸੇ ਰੰਗੜ ਤੋਂ ਲੈ ਕੇ ਹੋਰ ਬਥੇਰਾ ਜ਼ੁਲਮ ਕੀਤਾ ਗਿਆ ਅਫਗਾਨੀਆਂ ਨੇ, ਦੁਰਾਨੀਆਂ ਨੇ, ਮੁਗਲਾਂ ਨੇ, ਪਰ ਕੌਮ ਨਹੀਂ ਡੋਲੀ। ਉਸ ਵੇਲੇ ਕੌਮ ਦੇ ਮਹਾਨ ਜਰਨੈਲ, ਜਿਹੜੀ ਗੁਲਾਮ ਮਾਨਸਿਕਤਾ, ਦੇਖੋ ਜਿਹੜੀਆਂ ਰਿਆਸਤਾਂ ਹੁੰਦੀਆਂ ਹਮੇਸ਼ਾ ਹੀ ਰਿਆਸਤਾਂ ਦੀ ਇੱਕ ਤੁਹਾਡੇ ਉੱਤੇ ਦਬਾਅ, ਜਿਹੜਾ ਮਾਨਸਿਕ ਦਬਾਅ, ਉਹ ਹਮੇਸ਼ਾ ਬਣਿਆ ਰਹਿੰਦਾ ਵੀ ਇਹੋ ਜਿਹੀ ਕੋਈ ਗੱਲ ਨਾ ਹੋ ਜੇ ਵੀ ਸਾਨੂੰ ਫੜ ਲੈਣ, ਸਾਨੂੰ ਜੇਲ੍ਹਾਂ 'ਚ ਸਿੱਟ ਦੇਣ। ਉਸ ਵੇਲੇ ਤਾਂ ਫਿਰ ਮਾਰਨ ਲੱਗੇ ਵੀ ਮਿੰਟ ਲਾਉਂਦੇ ਹੁੰਦੇ ਸੀ, ਅੱਜ ਕਿਸੇ ਹੋਰ ਢੰਗ ਨਾਲ ਮਾਰਦੇ ਆ।
ਇਹ ਦਬਾਅ ਹਮੇਸ਼ਾ ਇੱਕ ਮਾਨਸਿਕ ਦਬਾਅ ਬਣਿਆ ਰਹਿੰਦਾ ਔਰ ਕੌਮ ਆਪਦੀ ਹੋਂਦ ਦਾ ਆਪਦੀ ਪਛਾਣ ਦਾ ਸੰਘਰਸ਼ ਲੜ ਰਹੀ ਹੋਵੇ ਤੇ ਮਾਨਸਿਕ ਦਬਾਅ ਨਾਲ ਨਾਲ ਚੱਲ ਰਿਹਾ। ਇਹਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਸਾਡੇ 18ਵੀਂ ਸਦੀ ਦੇ ਜਰਨੈਲਾਂ ਨੇ ਅੱਜ ਜਿਹੜੇ ਆਪਾਂ ਘਰ ਛੱਤੀ ਬੈਠੇ ਆ, ਉਦੋਂ ਵੀ ਉਹਨਾਂ ਦੇ ਘਰ ਹੁੰਦੇ ਸੀ, ਜ਼ਮੀਨ ਜਾਇਦਾਦਾਂ ਸਭ ਸੀ। 18ਵੀਂ ਸਦੀ ਦੇ ਜਰਨੈਲਾਂ ਨੇ ਇਹ ਗੱਲ ਸੋਚੀ ਵੀ ਇਸ ਗੁਲਾਮ ਮਾਹੌਲ 'ਚ ਰਹਿ ਕੇ ਅਸੀਂ ਸਹੀ ਕੋਈ ਕੌਮ ਨੂੰ ਸੇਧ ਨਹੀਂ ਦੇ ਪਾ ਰਹੇ। ਜੰਗਲਾਂ 'ਚ ਚੱਲੋ, ਇੱਕ ਆਜ਼ਾਦ ਮਾਹੌਲ 'ਚ ਜਾ ਕੇ ਲੜਾਈ ਲੜੀ ਜਾਵੇ, ਜਿੱਥੇ ਅਗਲੇ ਫੈਸਲੇ ਉਸ ਆਜ਼ਾਦੀ ਤੋਂ ਪ੍ਰਭਾਵਿਤ ਹੋ ਕੇ ਲਏ ਜਾਣ, ਨਾ ਕਿ ਇਹ ਗੱਲ ਸੋਚ ਕੇ ਵੀ ਇਸ ਹਕੂਮਤ ਨੇ, ਇਸ ਰਿਆਸਤ ਨੇ ਸਾਨੂੰ ਤਸੀਹੇ ਦੇਣੇ ਆ ਜਾਂ ਸਾਨੂੰ ਜੇਲ੍ਹਾਂ 'ਚ ਡੱਕਣਾ। ਜਦੋਂ ਇਹ ਵਿਜ਼ਨ ਜਰਨੈਲਾਂ ਕੋਲੇ ਹੁੰਦੇ ਆ ਤੇ ਜਰਨੈਲ ਕੌਮ ਦੇ ਬਾਰੇ ਸੋਚ ਰਹੇ ਆ, ਉਦੋਂ ਹੀ ਨੀਂਹ ਰੱਖੀ ਜਾਂਦੀ ਆ। ਉਸ 18ਵੀਂ ਸਦੀ ਦੇ ਸੰਘਰਸ਼ ਨੇ ਨੀਂਹ ਰੱਖੀ ਵੀ ਮਹਾਰਾਜਾ ਰਣਜੀਤ ਸਿੰਘ ਦਾ ਖਾਲਸਾ ਰਾਜ ਹੋਂਦ 'ਚ ਆਇਆ। 40-50 ਸਾਲ ਕੌਮ ਨੇ ਰਾਜ ਕੀਤਾ, ਰਾਜ ਕਰਕੇ ਇਹ ਦਿਖਾਤਾ ਵੀ ਕਿਸ ਤਰ੍ਹਾਂ ਇੱਕ ਭਾਈਚਾਰਕ ਸਾਂਝ ਨੂੰ ਰੱਖਦੇ ਹੋਏ ਬਿਨਾਂ ਕੋਈ ਦੰਗੇ ਨਹੀਂ ਹੋਏ ਉਸ ਰਾਜ 'ਚ। ਇਸ ਰਾਜ ਦੇ 75 ਸਾਲਾਂ ਦੇ ਇਤਿਹਾਸ 'ਚ ਦੇਖ ਲਓ ਕਿੰਨੇ ਦੰਗੇ ਹੋਏ ਹੋਣੇ ਆ। ਤੇ ਉਸ ਸਮੇਂ ਜਦੋਂ ਅੱਜ ਦੀ ਤਰ੍ਹਾਂ ਦੀ ਕੋਈ ਐਜੂਕੇਸ਼ਨ ਨਹੀਂ ਸੀ, ਅੱਜ ਦੇ ਤਰ੍ਹਾਂ ਦੇ ਐਜੂਕੇਸ਼ਨਲ ਇੰਸਟੀਟਿਊਟਸ ਨਹੀਂ ਸੀ, ਕੋਈ ਆਧੁਨਿਕਤਾ ਨਹੀਂ ਸੀ, ਉਸ ਸਮੇਂ 40 ਤੋਂ 50 ਸਾਲਾਂ ਦੇ ਰਾਜ 'ਚ ਕੋਈ ਦੰਗਾ ਨਹੀਂ, ਕੋਈ ਫਾਂਸੀ ਨਹੀਂ, ਕਿਸੇ ਧੀ ਭੈਣ ਦੀ ਵਿਪੱਤੀ ਨਹੀਂ ਹੁੰਦੀ ਸੀ, ਮਹਿਫੂਜ਼ ਰੱਖੇ ਜਾਂਦੇ ਸੀ। ਪਰ ਅੱਜ ਜਿਹੜੇ ਆਪਾਂ ਸਮਾਜ 'ਚ ਖੜੇ ਆ, ਜਦੋਂ ਸਾਡੇ ਕੋਲੋਂ ਸਾਡਾ ਰਾਜ ਗਿਆ, ਉਸ ਤੋਂ ਬਾਅਦ ਇੱਕ ਲੰਬੀ 150 ਸਾਲ ਦੀ ਗੁਲਾਮੀ ਸਾਡੇ ਗਲਾਂ 'ਚ ਪਈ, ਜਿਹਨੂੰ ਕਰਦੇ ਪ੍ਰਤੱਖ ਰੂਪ 'ਚ ਅਸੀਂ ਸਮਝਿਆ ਹੀ ਨਹੀਂ। ਉਹਦੀ ਪਹਿਲੀ ਸਮਝ ਉਦੋਂ ਆਈ ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਇਹ ਗੱਲ ਕੌਮ ਨੂੰ ਸਮਝਾਈ ਵੀ ਅਸੀਂ ਗੁਲਾਮ ਆ। ਜੇ ਸੰਤਾਂ ਦੀ ਸ਼ਹਾਦਤ ਮਹਿਤਾ ਚੌਂਕ ਹੋਈ ਹੁੰਦੀ ਤਾਂ ਵੀ ਸਾਡੇ ਉਹ ਸਤਿਕਾਰਯੋਗ ਤੇ ਮਹਾਨ ਸ਼ਹੀਦ ਹੋਣੇ ਸੀ, ਪਰ ਜੇ ਉਹੀ ਸ਼ਹਾਦਤ ਅਕਾਲ ਤਖਤ ਸਾਹਿਬ ਤੇ ਹੋਈ ਤੇ ਹਕੂਮਤ ਨੇ ਟੈਂਕ ਚੜਾਏ ਸਾਡੇ ਸਭ ਤੋਂ ਮੁਕੱਦਸ ਸਥਾਨ ਤੇ, ਇਹ ਗੱਲ ਪ੍ਰਤੱਖ ਰੂਪ 'ਚ ਸਾਡੇ ਸਮਝ ਆ ਗਈ ਵੀ ਜੇ ਇੱਥੋਂ ਤੱਕ ਜਾ ਸਕਦੇ ਆ ਫਿਰ ਇਹ ਕਿਸੇ ਵੀ ਹੱਦ ਤੱਕ ਜਾ ਸਕਦੇ ਆ। ਹੁਣ ਉਸ ਵੇਲੇ ਤੱਕ ਸੰਤ ਆਪ ਦਮਦਮੀ ਟਕਸਾਲ ਦੇ ਮੁਖੀ ਸੀ ਤੇ ਟਕਸਾਲ ਦੀ ਇੱਕ ਪਰੰਪਰਾ ਸੀ ਵੀ ਜਦੋਂ ਵੀ ਕੋਈ ਮੁਖੀ ਜਾਂਦਾ ਜਾਂ ਅਕਾਲ ਚਲਾਣਾ ਕਰਦੇ ਆ, ਅਗਲਾ ਮੁਖੀ ਥਾਪ ਜਾਂਦੇ ਆ। ਸੰਤਾਂ ਨੇ ਅਗਲਾ ਮੁਖੀ ਵੀ ਨਹੀਂ ਥਾਪਿਆ। ਇਹਦੇ ਪਿੱਛੇ ਕਾਰਨ ਸੀ, ਇਹਦੇ ਪਿੱਛੇ ਇੱਕ ਬਹੁਤ ਵੱਡਾ ਕਾਰਨ ਇਹ ਸੀ ਕਿਉਂਕਿ ਇਹ ਗੱਲ ਸੰਤਾਂ ਨੂੰ ਸਮਝ ਆ ਚੁੱਕੀ ਸੀ ਵੀ ਜਿਹੜੀ ਲੜਾਈ ਆ ਉਹ ਸਾਡੀਆਂ ਸੰਸਥਾਵਾਂ ਦੀ ਜਾਂ ਸਾਡੀਆਂ ਆਰਗੇਨਾਈਜੇਸ਼ਨਸ ਦੀ ਜਾਂ ਪਾਰਟੀਆਂ ਦੀ ਜਾਂ ਟਕਸਾਲਾਂ ਦੀ ਲੜਾਈ ਨਹੀਂ ਹੈ, ਲੜਾਈ ਇਹ ਤੋਂ ਉੱਤੇ ਉੱਠ ਚੁੱਕੀ ਆ। ਹੁਣ ਤਾਂ ਸਾਰੀ ਕੌਮ ਨੂੰ ਇਕੱਠੇ ਹੋ ਕੇ ਲੜਾਈ ਲੜਨੀ ਪਊ। ਟਕਸਾਲਾਂ ਦਾ ਮੁਖੀ ਥਾਪ ਕੇ ਮੈਂ ਇੱਕ ਟਕਸਾਲ ਦੀ ਲੜਾਈ ਨਹੀਂ ਲੜ ਰਿਹਾ, ਇਹ ਤਾਂ ਕੌਮ ਨੂੰ ਲੜਾਈ ਲੜਨੀ ਪਊਗੀ। ਹੁਣ ਇਸੇ ਕਰਕੇ ਵਾਰ-ਵਾਰ ਕਹਿੰਦੇ ਰਹੇ ਇਹ ਗਲੋਂ ਲਾਉਣੀ ਪੈਣੀ ਆ ਸਾਨੂੰ, ਜਿਹੜੀ ਗੁਲਾਮੀ ਸਾਡੇ ਮਾਨਸਿਕ ਤੇ ਸਰੀਰਕ ਰੂਪ 'ਚ ਵੀ ਅਸੀਂ ਹੰਢਾ ਰਹੇ ਹਾਂ। ਕਿਉਂਕਿ ਜਦੋਂ ਜੀ ਕਰਦਾ ਸਾਡੇ ਤੇ ਕੇਸ ਪਾ ਦਿੰਦੇ ਆ, ਜਦੋਂ ਆਪਦੇ ਹੱਕ ਲੈਣ ਨਿਕਲਦੇ ਆ ਉਦੋਂ ਹੀ UAPA ਲੱਗਦਾ, ਜਦੋਂ ਆਪਦੀ ਕੌਮੀਅਤ ਦੀ ਗੱਲ ਕਰਦੇ ਆ ਉਦੋਂ ਹੀ UAPA ਲਾ ਦਿੰਦੇ ਆ, ਜੇਲ੍ਹਾਂ 'ਚ ਸਿੱਟ ਦਿੰਦੇ ਆ। ਸੋ ਇਹ ਗੁਲਾਮੀ ਦੀਆਂ ਨਿਸ਼ਾਨੀਆਂ ਹੁੰਦੀਆਂ ਜਿੱਥੇ ਤੁਸੀਂ ਆਪਦੇ ਹੱਕਾਂ ਦੀ ਗੱਲ ਨਹੀਂ ਕਰ ਸਕਦੇ, ਪਰ ਸਰਹੱਦਾਂ ਤੇ ਜਾ ਕੇ ਜੇ ਤੁਸੀਂ ਲੜੋਗੇ ਫਿਰ ਤੁਹਾਨੂੰ ਦੇਸ਼ ਭਗਤ ਕਹਿਣਗੇ, ਜੇ ਆਪਦੇ ਹੱਕਾਂ ਲਈ ਲੜੋਗੇ ਤਾਂ ਫਿਰ ਤੁਹਾਨੂੰ ਦੇਸ਼ ਧਰੋਹੀ ਕਹਿਣਗੇ। ਸੋ ਲੜਾਈ ਸਾਡੀਆਂ ਪਾਰਟੀਆਂ ਤੋਂ, ਸਾਡੀ ਆਰਗੇਨਾਈਜੇਸ਼ਨਸ ਤੋਂ, ਸਾਡੀਆਂ ਸੰਸਥਾਵਾਂ ਤੋਂ ਉੱਤੇ ਉੱਠ ਚੁੱਕੀ ਆ। ਕੌਮ ਨੂੰ ਲੜਾਈ ਇਕਜੁੱਟ ਹੋ ਕੇ ਲੜਨੀ ਪੈਣੀ ਆ, ਪਰ
ਕਿੰਨੇ ਤਰ੍ਹਾਂ ਦੇ ਵਖਰੇਵੇਂ, ਕਿੰਨੀਆਂ ਪਾਰਟੀਆਂ, ਕਿੰਨੀਆਂ ਆਰਗੇਨਾਈਜੇਸ਼ਨਸ, ਆਪਸ 'ਚ ਹੀ ਅਸੀਂ ਕਿੰਨੀਆਂ ਵੰਡਾਂ 'ਚ ਵੰਡੇ ਗਏ ਆ। ਜਦੋਂ ਤੱਕ ਇਹ ਗੱਲ ਸਾਡੇ ਸਮਝ ਨਹੀਂ ਆਊਗੀ ਉਦੋਂ ਤੱਕ ਅਸੀਂ ਇਸ ਤਰ੍ਹਾਂ ਹੀ ਖੁਆਰ ਹੁੰਦੇ ਰਹਾਂਗੇ। ਜਦੋਂ ਤੱਕ ਸਾਨੂੰ ਇਹ ਨਹੀਂ ਸਮਝ ਆਊਗਾ ਵੀ ਜਿਹੜਾ ਦੁਸ਼ਮਣ ਆ ਉਹ ਵਾਕਈ ਰਾਵਣ ਵਾਂਗੂ ਉਹਦੇ 10 ਸਿਰ ਆ, ਕਦੇ ਉਹ ਕਾਂਗਰਸ ਦੇ ਰੂਪ 'ਚ ਆਉਂਦਾ, ਕਦੇ ਬੀਜੇਪੀ ਦੇ ਰੂਪ 'ਚ ਆਉਂਦਾ, ਕਦੇ ਆਮ ਆਦਮੀ ਪਾਰਟੀ ਦੇ ਰੂਪ 'ਚ ਆਉਂਦਾ, ਕਦੇ ਸਾਡੇ 'ਚੋਂ ਹੀ ਸਾਡੇ ਬੰਦੇ ਉਸ ਰਾਵਣ ਦੇ ਇੱਕ ਸਿਰ ਨੂੰ ਰਿਪਰੈਜ਼ੈਂਟ ਕਰਦੇ ਆ। ਸਾਨੂੰ ਦੁਸ਼ਮਣ ਦੀ ਪਛਾਣ ਹੈ ਹੀ ਨਹੀਂ, ਸਾਨੂੰ ਦੁਸ਼ਮਣ ਦੀ ਪਛਾਣ ਕਰਨੀ ਪਊ ਤੇ ਸਾਨੂੰ ਆਪਦੇ ਜਰਨੈਲਾਂ ਦੀ ਵੀ ਪਛਾਣ ਕਰਨੀ ਪਊ। ਤੇ ਕੌਮ ਦੇ ਅੰਦਰ ਜਿਹੜੀਆਂ ਅੱਜ ਵਖਰੇਵੇਂ ਤੇ ਵੰਡਾਂ, ਠੀਕ ਆ, ਉਹ ਐਗਜ਼ਿਸਟ ਕਰ ਰਹੀਆਂ, ਪਰ ਉਹ ਤੋਂ ਉੱਤੇ ਉੱਠਣਾ ਪਊਗਾ। ਜੇ ਉਹ ਤੋਂ ਉੱਤੇ ਨਹੀਂ ਉੱਠੇ, ਹੁਣ ਇੱਕ ਇੱਥੇ ਆਪਾਂ ਐਗਜ਼ਾਮਪਲ ਅੱਜ ਦੀ ਜੋ ਪ੍ਰੈਜ਼ੈਂਟ ਸਿਚੁਏਸ਼ਨ 'ਚ ਦੇਖਦੇ ਹਾਂ ਉਹ ਇਹ ਆ ਵੀ ਜਦੋਂ ਬਾਦਲ ਸਾਹਿਬ ਸੈਂਟਰ ਦੇ ਨਾਲ ਚੱਲੇ, ਸੈਂਟਰ ਉਹਨਾਂ ਨੂੰ ਵਰਤਦਾ ਰਿਹਾ। ਇੱਕ ਸਮਾਂ ਇਹ ਆ ਗਿਆ ਸੈਂਟਰ ਨੂੰ ਇਹ ਲੱਗਿਆ ਵੀ ਇਹਨਾਂ ਨੂੰ ਹੁਣ ਖਤਮ ਕਰੋ, ਨਵੀਂ ਧਿਰ ਖੜੀ ਕਰਦੇ ਆ, ਉਹਨਾਂ ਤੋਂ ਪੰਥ ਵਿਰੋਧੀ ਕੰਮ ਕਰਾ ਕੇ ਉਹਨਾਂ ਨੂੰ ਹੀ ਖਤਮ ਕਰਾ ਗਏ। ਸੋ ਇਹਦੇ ਨਾਲ ਹੋਇਆ ਕੀ, ਉਹਨਾਂ ਨੂੰ ਤਾਂ ਖਤਮ ਕਰਾ ਗਏ, ਪਰ ਪੰਥਕ ਸਪੇਸ ਜਿਹੜੀ ਪਈ ਸੀ, ਜਿੱਥੇ ਮਾਨ ਸਾਹਿਬ ਨੂੰ ਇੱਕ ਕੋਨੇ 'ਚ ਧੱਕ ਕੇ ਲੈ ਗਏ ਸੀ। ਕਿਉਂਕਿ ਮਾਨ ਸਾਹਿਬ ਬੇਦਾਗ ਸ਼ਖਸੀਅਤ ਪਿਛਲੇ 40 ਸਾਲਾਂ ਤੋਂ ਸਾਡਾ ਸੰਘਰਸ਼ ਕਰ ਰਹੇ ਆ, ਪਰ ਸਾਡੇ ਅੱਗੇ ਉਹਨਾਂ ਨੇ ਕਦੇ ਪ੍ਰੈਜ਼ੈਂਟ ਹੀ ਨਹੀਂ ਕੀਤੇ। ਹਮੇਸ਼ਾ ਪ੍ਰੈਜ਼ੈਂਟ ਇਸ ਤਰ੍ਹਾਂ ਕਰਦੇ ਰਹੇ ਵੀ ਇਹਨੂੰ ਤਾਂ ਸਿਆਸਤ ਹੀ ਨਹੀਂ ਆਉਂਦੀ, ਜਿਵੇਂ ਉਹਨਾਂ ਨੂੰ ਸਾਰਿਆਂ ਨੂੰ ਸਿਆਸਤ ਆਉਂਦੀ ਹੈ ਤੇ ਮਾਨ ਸਾਹਿਬ ਨੂੰ ਨਹੀਂ ਆਉਂਦੀ। ਮਾਨ ਸਾਹਿਬ ਨੇ 40 ਸਾਲਾਂ ਤੋਂ ਸਾਡੀ ਕੌਮੀਅਤ ਨੂੰ ਵੀ ਚੱਕੀ ਰੱਖਿਆ, ਸਾਡੇ ਹੱਕਾਂ ਦੀ ਆਵਾਜ਼ ਵੀ ਬੁਲੰਦ ਕੀਤੀ, ਸਾਡੀ ਸੋਵਰੇਨਟੀ, ਸਾਡੇ ਪਾਤਸ਼ਾਹੀ ਦਾਅਵੇ ਨੂੰ ਵੀ ਚੱਕੀ ਰੱਖਿਆ, ਉਹਦੀ ਰਾਖੀ ਕਰਦੇ ਰਹੇ। ਪਰ ਸਾਡੀ ਪਛਾਣ 'ਚ ਇਹ ਗੱਲ ਨਹੀਂ ਆਈ, ਸਾਡੀ ਸਮਝ 'ਚ ਇਹ ਗੱਲ ਨਹੀਂ ਆਈ। ਫਿਰ ਜਿਹੜੀ ਪੰਥਕ ਧਿਰ ਇੱਥੇ ਰਾਜ ਕਰਦੀ ਰਹੀ, ਉਹਨਾਂ ਨੂੰ ਪੰਥ ਦੇ ਖਿਲਾਫ ਵਰਤ ਕੇ ਉਹਨਾਂ ਨੂੰ ਖਤਮ ਕਰਤਾ। ਜੇ ਉਹ ਖਤਮ ਹੋਏ, ਇਹਦਾ ਮਤਲਬ ਉਹ ਸਪੇਸ, ਉਹ ਜਗ੍ਹਾ ਖਾਲੀ ਹੋਈ। ਤੇ ਅੱਜ ਉਹ ਜਗ੍ਹਾ ਜਿਹੜੀ ਖਾਲੀ ਹੋ ਗਈ ਆ, ਉਹਨੂੰ ਕੋਈ ਪੰਥਕ ਧਿਰ ਭਰੂਗੀ ਜਾਂ ਸਰਕਾਰ ਦੀ ਕੋਈ ਧਿਰ ਭਰੂਗੀ। ਇਹ ਸਪੇਸ ਤਾਂ ਭਰੀ ਜਾਣੀ ਆ। ਹੁਣ ਸਰਕਾਰ ਦਾ ਦਮ ਇਹ ਲੱਗਿਆ ਹੋਇਆ ਵੀ ਸਾਡੀ ਧਿਰ ਉਸ ਸਪੇਸ ਨੂੰ ਭਰੇ, ਤਾਂ ਉਹਨਾਂ ਨੇ ਇੱਕ ਆਮ ਆਦਮੀ ਪਾਰਟੀ, ਜਿਹੜੇ ਹੱਥਾਂ 'ਚ ਝਾੜੂ ਜੇ ਲੈ ਕੇ ਆ ਗਲੀਆਂ ਨਾਲੀਆਂ ਸੰਭਰੀ ਜਾਂਦੇ ਆ, ਸਾਨੂੰ ਤਾਂ ਸਾਡੇ ਗੁਰੂ ਨੇ ਖਾਸ ਬਣਾਇਆ, ਅਸੀਂ ਆਮ ਨਹੀਂ ਆ। ਜਦੋਂ ਇਹ ਪੰਥ ਸਾਜਿਆ ਗਿਆ, ਉਹ ਬੜਾ ਖਾਸ ਵਰਤਾਰਾ ਸੀ, ਉਹ ਆਮ ਵਰਤਾਰਾ ਨਹੀਂ ਸੀ। ਠੀਕ ਆ, ਜਿਹੜੇ ਆਮ ਮਨੁੱਖ ਜਾਂ ਆਮ ਤੋਂ ਵੀ ਕੋਈ ਜੇ ਥੱਲੇ ਹੁੰਦਾ, ਜਿਹਨੂੰ ਇਹ ਸਮਝਦੇ, ਆਪਾਂ ਤਾਂ ਮਨੁੱਖ ਨੂੰ ਆਮ ਸਮਝਦੇ ਹੀ ਨਹੀਂ, ਉਹ ਤਾਂ ਆਮ ਆਪਦੇ ਆਪ ਨੂੰ ਕਹਿ ਸਕਦੇ ਆ। ਜਿਹੜੇ ਹੋਣ ਹੀ ਖਾਸ, ਜਿਹਦੇ 'ਚ ਗੁਣੀ ਪ੍ਰਮਾਤਮਾ ਨੇ, ਅਕਾਲ ਪੁਰਖ ਵਾਹਿਗੁਰੂ ਨੇ ਆਪਦੇ ਪਾਏ ਹੋਣ, ਉਹ ਆਮ ਕਿਵੇਂ ਹੋ ਸਕਦੇ ਆ? ਉਹ ਕੌਮ ਕਿਵੇਂ ਆਮ ਹੋ ਸਕਦੀ ਆ? ਜਿਹਨੇ ਮਿੱਥ ਸਿਰਜੇ ਹੋਣ, ਉਹ ਕੌਮ ਨਹੀਂ ਆਮ ਹੋ ਸਕਦੀ। ਇਹ ਧਰਤੀ ਨੂੰ ਆਪਾਂ ਜੇ ਕਹਿ ਦਈਏ ਤਾਂ ਆਮ ਧਰਤੀ ਆ, ਹੋ ਸਕਦੀ ਹੈ ਜਿੱਥੇ ਸਾਹਿਬਜ਼ਾਦਿਆਂ ਦੀ ਸ਼ਹਾਦਤ, ਇਸ ਕਦਰ ਐਡੀ ਵੱਡੀ ਸ਼ਹਾਦਤ, ਉਹ ਕੁਰਬਾਨੀ ਹੋਈ ਹੋਵੇ, ਇਹ ਆਮ ਧਰਤੀ ਕਿਵੇਂ ਹੋ ਸਕਦੀ ਆ? ਸੋ ਫਿਰ ਉਸੇ ਤਰ੍ਹਾਂ ਇੱਥੇ ਰਹਿਣ ਵਾਲੇ ਵਸਨੀਕ, ਇਸ ਗੁਰੂਆਂ ਪੀਰਾਂ ਦੀ ਧਰਤੀ ਦੇ ਵਸਨੀਕ ਆਮ ਕਿਵੇਂ ਹੋ ਸਕਦੇ ਆ? ਪਰ ਉਹ ਸਪੇਸ ਭਰਨ ਲਈ ਤੁਹਾਡੇ ਕੋਲ ਇੱਕ ਧਿਰ ਵੀ ਸਿਰਜ ਦਿੱਤੀ ਗਈ, ਉਹਨੂੰ ਇਹ ਵੀ ਕਹਿ ਕੇ ਤੋਰਤਾ ਵੀ ਐਂ ਕਰੋ, ਇੱਕ ਮੌਕਾ ਇਹਨਾਂ ਨੂੰ ਦੇ ਦਿਓ, ਕਿਉਂਕਿ ਉਹ ਸਪੇਸ ਭਰਨੀ ਆ। ਔਰ ਸਪੇਸ ਸਰਕਾਰ ਦਾ, ਸਟੇਟ ਦਾ ਸਾਰਾ ਜ਼ੋਰ ਇਹ ਲੱਗ ਜੂ ਵੀ ਇਹ ਸਪੇਸ ਹੁਣ ਕੋਈ ਨਵੀਂ ਧਿਰ ਆ ਕੇ ਭਰੇ, ਤੇ ਸਾਡਾ ਵੀ ਜ਼ੋਰ ਲੱਗਣਾ ਚਾਹੀਦਾ ਵੀ ਅਸੀਂ ਉਹ ਸਪੇਸ ਨੂੰ ਭਰੀਏ। ਕਿਉਂਕਿ ਦਾਵਾ ਸਾਡਾ, ਸੰਘਰਸ਼ ਅਸੀਂ ਕੀਤਾ, ਜਿਹਨੇ ਸੰਘਰਸ਼ ਕੀਤਾ ਇਸ ਧਰਤੀ ਲਈ, ਜਿਹਨੇ
ਜੇਲਾਂ ਕੱਟੀਆਂ, ਤਸੀਹੇ ਝੱਲੇ ਆ, ਉਹਦਾ ਦਾਵਾ ਬਣਦਾ ਕਿ ਜਿਹੜਾ ਬਾਹਰੋਂ ਆ ਕੇ ਸਾਡੇ ਤੇ ਇੱਥੇ ਥੋਪ ਦਿੱਤਾ ਜਾਂਦਾ ਦਾਵਾ ਉਹਦਾ ਬਣਦਾ? ਇਹ ਸਵਾਲ ਤਾਂ ਪੁੱਛੋ ਆਪਦੇ ਆਪ ਨੂੰ। ਸੋ ਦਾਵਾ ਤਾਂ ਅਸੀਂ ਪੇਸ਼ ਕਰ ਰਹੇ ਹਾਂ, ਸਪੇਸ ਭਰੀ ਜਾਣੀ ਆ, ਤੇ ਜੇ ਕੋਈ ਬਗਾਨਾ ਸਪੇਸ ਭਰ ਗਿਆ ਸਾਡੇ ਛਿੱਤਰ ਫੇਰ ਪੈਣਗੇ, ਸਾਡਾ ਵਟਿਆ ਫੇਰ ਕੁਛ ਨਹੀਂ ਜਾਣਾ, ਬੇਰਾਂ ਵੱਟੇ ਨਹੀਂ ਪੁੱਛਣਾ ਕਿਸੇ ਨੇ। ਸੋ ਇਸ ਕਰਕੇ ਉਸ ਸਪੇਸ ਨੂੰ ਆਪਾਂ ਭਰੀਏ। ਸਰਦਾਰ ਇਮਾਨ ਸਿੰਘ ਮਾਨ ਜਿੰਦਾਬਾਦ। ਇਹੀ ਜਿਹੜੀਆਂ ਬੇਨਤੀਆਂ ਸੰਗਤ ਨੂੰ ਕਰਨੀਆਂ ਸੀ ਵੀ ਗੱਲਾਂ ਨੂੰ ਸਮਝੀਏ ਤਾਂ ਸਹੀ। ਤੇ ਜੇ ਸਾਡੀ ਆਵਾਜ਼ ਅਸੈਂਬਲੀਆਂ 'ਚ ਪਾਰਲੀਮੈਂਟਾਂ 'ਚ ਗੂੰਜਣੋਂ ਬੰਦ ਹੋ ਗਈ ਨਾ, ਫਿਰ ਕੱਲ ਨੂੰ ਇਹ ਨਹੀਂ ਅਸੀਂ ਕਹਿ ਸਕਦੇ ਵੀ ਅਸੀਂ ਆਪਦੀ ਹੋਂਦ ਦੀ ਲੜਾਈ ਲੜ ਰਹੇ ਹਾਂ। ਮੌਕੇ ਤਾਂ ਆਏ ਆ, ਅਸੀਂ ਨਹੀਂ ਖੜੇ, ਅਸੀਂ ਨਹੀਂ ਪਛਾਣੇ ਸਾਡੇ ਜਰਨੈਲ ਕੌਣ ਆ, ਸਾਡੇ ਆਗੂ ਕੌਣ ਆ। ਔਰ ਇੱਕ ਹੋਰ ਗੱਲ ਆ, ਕਈ ਤਰ੍ਹਾਂ ਇਹ ਆ ਜਿਹੜੀਆਂ ਇਹ ਸੋਚਦੀਆਂ ਵੀ ਵੋਟਾਂ ਸਾਡਾ ਇਹਦੇ ਨਾਲ ਕੁਝ ਸੁਧਰ ਨਹੀਂ ਸਕਦਾ। ਪਰ ਅੱਜ ਲੋੜ ਇਹ ਆ ਵੀ ਪੰਥਕ ਧਿਰਾਂ ਜਿਹੜੀ ਵੋਟ ਪੋਲਿਟਿਕਸ 'ਚ ਸਾਡੀ ਨੁਮਾਇੰਦਗੀ ਕਰ ਰਹੀ ਆ, ਉਹਨੂੰ ਇਕੱਠੇ ਹੋ ਕੇ ਸਾਥ ਦੇਣ, ਤੇ ਵੋਟ ਪੋਲਿਟਿਕਸ ਵਾਲੀ ਧਿਰ ਜਿਹੜੀ ਸੰਘਰਸ਼ ਕਰ ਰਹੇ ਆ ਸਮਾਜਿਕ ਲੈਵਲ ਤੇ, ਉਹ ਉਹਨਾਂ ਦਾ ਸਾਥ ਦੇਣ। ਆਪਸ 'ਚ ਕੋਆਰਡੀਨੇਸ਼ਨ ਤਾਂ ਬਣਾ ਕੇ ਚੱਲੀਏ। ਜੇ ਹੁਣ ਵੀ ਵਖਰੇਵੇਂ ਤੇ ਅੱਡ ਤੁਰੇ ਫਿਰਦੇ ਰਹੇ, ਫਿਰ ਜਿਹੜੀਆਂ ਸ਼ਹਾਦਤਾਂ ਹੋਈਆਂ ਪਿੱਛੇ ਉਹ ਸਾਰੀਆਂ ਖੂਹ ਖਾਤੇ 'ਚ ਪਾ ਦਾਂਗੇ ਅਸੀਂ। ਫਿਰ ਸਾਡੀ ਜ਼ਮੀਰ ਤੇ ਅਸੀਂ ਬੇਗੈਰਤ ਹੋ ਜਾਾਂਗੇ, ਗੁਰੂ ਵਾਲੇ ਪਾਸੇ ਮੂੰਹ ਨਹੀਂ ਰਹਿਣਾ। ਇੱਕ ਵਾਰੀ ਜੇ ਮੂੰਹ ਗੁਰੂ ਵਾਲੇ ਪਾਸੇ ਕਰਕੇ ਤੁਰਾਂਗੇ ਤਾਂ ਫਿਰ ਸਾਡੇ ਗੱਲ ਵੀ ਸਮਝ 'ਚ ਆਜੂ ਵੀ ਅਸੀਂ ਲੜਾਈ ਕੀ ਲੜ ਰਹੇ ਹਾਂ। ਸੋ ਲੜਾਈ ਫਸਲਾਂ ਦੀ ਨਹੀਂ ਸੀ, ਨਸਲਾਂ ਦੀ ਲੜਾਈ ਆ ਇੱਥੇ। ਜੇ ਗੁਰੂ ਨੇ ਵੀ ਇਹ ਗੱਲ ਸੋਚੀ ਹੁੰਦੀ ਵੀ ਲੜਾਈ ਫਸਲਾਂ ਦੀ ਆ, ਉਸ ਵੇਲੇ ਉਹਦੀ ਬਾਦਸ਼ਾਹਤ ਦੀ ਆ, ਜੇ ਪਰਿਵਾਰ ਨਾ ਵਾਰਿਆ ਹੁੰਦਾ ਤਾਂ ਕੌਮ ਨਹੀਂ ਬਚਦੀ ਸੀ। ਫਿਰ ਪਰਿਵਾਰ ਵਾਰ ਕੇ ਹੀ ਕੌਮ ਬਚੀ ਆ। ਤੇ ਜੇ ਅੱਜ ਕੌਮ ਖੜੀ ਆ, ਸਾਡਾ ਵੀ ਤਾਂ ਕੋਈ ਫਰਜ਼ ਆ ਨਾ। ਸੋ ਇਸ ਕਰਕੇ ਨਾ ਤਾਂ ਅਸੀਂ ਬੇਗੈਰਤ ਆ, ਨਾ ਅਸੀਂ ਉਹਨਾਂ ਚੋਂ ਆ ਜਿਨ੍ਹਾਂ ਦੀਆਂ ਜ਼ਮੀਰਾਂ ਨਹੀਂ ਜਾਗਦੀਆਂ। ਸੋ ਆਪਦੇ ਅੰਦਰ ਹਲੂਣਾ ਦਿਓ, ਇਹ ਪਛਾਣੀਏ ਵੀ ਸਾਡਾ ਕੌਣ ਆ ਤੇ ਸਾਡਾ ਦੁਸ਼ਮਣ ਕੌਣ ਆ। ਹੁਣ ਤਾਂ ਪਛਾਣ ਹੋਣੀ ਚਾਹੀਦੀ ਆ। ਕਿਸਾਨੀ ਸੰਘਰਸ਼ ਤੋਂ ਬਾਅਦ ਤਾਂ ਇਹ ਪਛਾਣ ਸਾਨੂੰ ਹੋਣੀ ਚਾਹੀਦੀ ਹੈ। ਜੇ ਹਜੇ ਵੀ ਪਛਾਣ ਨਹੀਂ ਹੋਈ ਤਾਂ ਫੇਰ ਖਤਾ ਖਾਂਦੇ ਰਹਾਂਗੇ। ਇਸ ਕਰਕੇ ਇੱਕੋ ਹੀ ਇੱਕ ਆਗੂ ਜੋ ਬੇਦਾਗ ਸਾਡੇ ਲਈ ਲੜਦਾ ਰਿਹਾ, ਸਾਡੀ ਕੌਮੀਅਤ ਲਈ ਲੜਦਾ ਰਿਹਾ, ਸਾਡੇ ਲਈ ਸੰਘਰਸ਼ ਕਰਦਾ ਰਿਹਾ, ਸਰਦਾਰ ਸਿਮਰਨਜੀਤ ਸਿੰਘ ਮਾਨ। ਇਹ ਤੋਂ ਇਲਾਵਾ ਮੈਨੂੰ ਤਾਂ ਨਹੀਂ ਕੋਈ ਦਿੰਦਾ। ਇੱਕ ਬੰਦੇ ਦੇ ਨਾਲ ਤੁਰ ਕੇ ਇਹ ਤਾਂ ਕਹਿ ਸਕਦੇ ਹਾਂ ਸਾਡਾ ਆਗੂ ਬੇਦਾਗ ਹੈ। ਸਾਡੀ ਆਵਾਜ਼ ਬਣ ਕੇ ਅਸੈਂਬਲੀ 'ਚ, ਪਾਰਲੀਮੈਂਟ 'ਚ ਉੱਥੇ ਗੂੰਜੂਗਾ। ਕੋਈ ਨਹੀਂ, ਹੌਲੀ ਹੌਲੀ ਉਹ ਕਿਲੇ ਵੀ ਅਸੀਂ ਫਤਿਹ ਕਰ ਲਾਂਗੇ। ਸੋ ਇਸ ਲਈ ਬੇਨਤੀ ਹੈ ਸੰਗਤ ਨੂੰ, ਪਰਿਵਾਰਕ ਤੌਰ ਤੇ ਸਾਥ ਦਿਓ। ਸਾਨੂੰ ਇਹ ਨਾ ਕਹਿਣਾ ਪਵੇ ਸਰਦਾਰ ਇਮਾਨ ਸਿੰਘ ਮਾਨ ਨੂੰ ਜਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਵੀ ਅਸੀਂ ਵੋਟਾਂ ਮੰਗਣ ਆਏ ਆ। ਇਹ ਤਾਂ ਸਾਡਾ ਫਰਜ਼ ਹੈ। ਇਹਨਾਂ ਨੂੰ ਕਹੀਏ ਸਰਦਾਰ ਜੀ ਤੁਸੀਂ ਬੇਫਿਕਰ ਰਹੋ, ਸਾਡਾ ਹੀ ਕੌਮੀਅਤ ਦੀ ਸਾਂਝ ਆ, ਸਾਡੀ ਕੌਮੀ ਸਾਂਝ ਆ, ਸਾਡਾ ਪਰਿਵਾਰਕ ਫਰਜ਼ ਆ ਵੀ ਅਸੀਂ ਤੁਹਾਡੇ ਨਾਲ ਹੀ ਆ। ਇੱਕ ਵਾਰੀ ਆਪਦੀ ਧਿਰ ਪੈਦਾ ਕਰੀਏ, ਪੰਜਾਬ ਦੀ ਸਿਆਸਤ ਸਿਰਜੀਏ, ਤੇ ਉਹ ਸਪੇਸ ਜਿਹੜੀ ਖਾਲੀ ਹੋਈ ਆ, ਉਹ ਵੈਕਿਊਮ ਜਿਹੜਾ ਕ੍ਰੀਏਟ ਹੋਇਆ, ਉਹਨੂੰ ਭਰੀਏ। ਨਹੀਂ ਤਾਂ ਉਹ ਬਗਾਨੇ ਭਰ ਜਾਣਗੇ, ਸਾਡੇ ਹੱਥ ਪੱਲੇ ਫੇਰ ਕੁਛ ਨਹੀਂ ਪੈਣਾ। ਇੰਨੀਆਂ ਕੁ ਗੱਲਾਂ ਆਪਾਂ ਕਰਨੀਆਂ ਸੀ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ। ਜਿਉਂਦੇ ਵਾਸਤੇ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।